देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ 4 ਮਹੀਨੇ ਤੋਂ ਸੰਘਰਸ਼ ਕਰ ਰਹੇ ਆ ਔਰ ਇਸ ਸੰਘਰਸ਼ ਦੇ ਦੌਰਾਨ ਬੜੀ ਸੰਖਿਆ 'ਚ ਜਿਹੜੇ ਕਿਸਾਨਾਂ ਦੀ ਮ੍ਰਿਤੂ ਹੋਈ ਆ। ਹੁਣੀ ਪਿੱਛੇ ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਘੋਸ਼ਣਾ ਕੀਤੀ ਹੈ ਕਿ ਇਸ ਅੰਦੋਲਨ ਦੇ ਦੌਰਾਨ ਜਿਹੜੇ 78 ਕਿਸਾਨ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਨੂੰ ਨਾ ਸਿਰਫ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਏਗੀ ਬਲਕਿ ਉਹਨਾਂ ਦੇ ਇੱਕ ਪਰਿਵਾਰਿਕ ਸਦੱਸਿਆ ਨੂੰ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਏਗੀ। ਪਰ ਅੱਜ ਪੰਜਾਬੀ ਕਲਚਰ ਕੌਂਸਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ। ਅਸੀਂ ਇਸ ਸਮੇਂ ਸੈਕਟਰ 22 'ਚ ਸਨਵਿਨ ਹੋਟਲ 'ਚ ਬੈਠੇ ਹਾਂ ਤੇ ਉਹਨਾਂ ਦੇ ਚੇਅਰਮੈਨ ਆ ਹਰਜੀਤ ਸਿੰਘ ਗਰੇਵਾਲ ਜੀ। ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਕਿਸਾਨਾਂ ਦੀ ਸੰਖਿਆ ਹੈ ਉਹ 78 ਨਹੀਂ ਹੈ ਬਲਕਿ 150 ਤੋਂ ਜ਼ਿਆਦਾ। ਇਹ ਅਸੀਂ ਉਹ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਮੌਤ ਹੋਈ ਹੈ, ਵੀ ਉਹ 78 ਨਹੀਂ ਹੈ, ਉਹ 150 ਤੋਂ ਜ਼ਿਆਦਾ ਹੈ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਆ। ਸਾਡੇ ਨਾਲ ਗਰੇਵਾਲ ਸਾਹਿਬ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਸ ਦੇ ਪਿੱਛੇ ਆਧਾਰ ਕੀ ਆ। ਉਹਨਾਂ ਕੋਲੇ ਉਹ ਕਿਸ ਤਰ੍ਹਾਂ ਕਹਿ ਰਹੇ ਨੇ ਵੀ ਜਿਹੜੇ ਕਿਸਾਨ ਹੈ ਇਹ 78 ਨਹੀਂ ਹੈ, 150 ਤੋਂ ਜ਼ਿਆਦਾ। ਐਕਚੁਅਲ 'ਚ ਕੀ ਫਿਗਰ ਹੈ? ਐਕਚੁਅਲ ਫਿਗਰ 162 ਹੈ ਜੀ। 162 ਹੈ। ਇਹ ਕਦੋਂ ਤੱਕ ਦੀ ਹੈ 162? ਅੱਜ ਤੱਕ ਦੀ। ਅੱਜ ਤੱਕ ਦੀ 162 ਹੈ। 23 ਤਰੀਕ ਤੱਕ ਦੀ ਜਿਹੜੀ ਸ਼ਾਮ ਦੀ 23 ਸ਼ਾਮ ਤੱਕ ਉਹ 162 ਦੀ ਫਿਗਰ ਹੈ। ਜਿਹੜੇ 162 ਕਿਸਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸ ਅੰਦੋਲਨ ਦੇ ਦੌਰਾਨ। 123 ਦਿਨ ਹੋ ਗਏ ਇਸ ਅੰਦੋਲਨ ਨੂੰ, ਕਿਉਂਕਿ 60-62 ਦਿਨ ਇਹ ਪੰਜਾਬ 'ਚ ਚੱਲਿਆ ਅੰਦੋਲਨ। ਜ਼ਿਲ੍ਹਾ ਪੱਧਰ 'ਤੇ ਟੋਲ ਬੈਰੀਅਰਾਂ 'ਤੇ ਔਰ ਰੇਲ ਰੋਕੋ ਹੋਈ ਆ। ਉਸ ਤੋਂ ਬਾਅਦ ਫਿਰ 25 ਨਵੰਬਰ ਤੋਂ ਕਿਸਾਨਾਂ ਨੇ ਦਿੱਲੀ ਨੂੰ ਚਾਲੇ ਪਾਤੇ ਸੀ, 24 ਤੋਂ ਹੀ ਪਾਤੇ ਸੀ ਅਸਲ ਤਾਂ। ਅਤੇ ਉਹਦੇ ਦੌਰਾਨ ਜਿਹੜੀਆਂ ਪਿਛਲੇ ਅੱਜ 60ਵੇਂ ਦਿਨ 'ਚ ਦਿੱਲੀ ਮੋਰਚਾ ਜਿਹਨੂੰ ਅਸੀਂ ਕਰਦੇ ਹਾਂ ਕਹਿੰਦੇ ਹਾਂ, ਉਹ ਅੱਜ 60ਵੇਂ ਦਿਨ 'ਚ ਸ਼ਾਮਲ ਹੋ ਗਿਆ 24 ਜਨਵਰੀ ਨੂੰ। ਅਤੇ ਇਸ ਦੇ ਦੌਰਾਨ ਜਿਹੜੀਆਂ ਹੈਗੀਆਂ ਉਹ 149 ਸ਼ਹੀਦੀਆਂ ਜਿਹੜੀਆਂ ਦਿੱਲੀ ਮੋਰਚੇ 'ਚ ਹੋਈਆਂ ਨੇ ਅਤੇ 13 ਪੰਜਾਬ ਦੀਆਂ ਸੀਆਂ। ਜਿਹੜਾ ਪੰਜਾਬ ਗੌਰਮੈਂਟ ਨੇ ਡਾਟਾ ਜਾਰੀ ਕੀਤਾ, ਜਿਹੜਾ ਪੰਜਾਬ ਗੌਰਮੈਂਟ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਘੋਸ਼ਣਾ ਕੀਤੀ, ਉਹ 78 ਉਸ 'ਚ 78 ਕਿਸਾਨਾਂ ਦੀ ਗੱਲ ਹੋ ਰਹੀ ਆ। ਪਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ 162 ਦੀ ਗੱਲ ਕਰ ਰਹੇ ਹੋ, ਉਹ ਕਿੱਦਾਂ, ਕੀ ਡਿਫਰੈਂਸ ਕੀ ਹੈ? ਥੋੜ੍ਹਾ ਜਿਹਾ ਸਮਝਾਓ। ਹਾਂਜੀ, ਮੈਂ ਉਹੀ ਦੱਸ ਰਿਹਾ। ਇਹ ਪਿਛਲੇ ਦਿਨੀ ਆਪਣੇ ਕਿਸਾਨ ਨੇਤਾਵਾਂ ਨੇ ਵੀ ਸਾਰਿਆਂ ਨੇ ਇੱਥੋਂ ਦਿੱਲੀੋਂ ਅਪੀਲ ਕੀਤੀ ਆ, ਸਾਰੇ ਸਟੇਟਾਂ ਦੇ ਵਿੱਚੋਂ ਡਾਟਾ ਮੰਗਾਇਆ ਕਿ ਕਿੰਨੇ ਕਿਸਾਨ ਜਿਹੜੇ ਹੈਗੇ ਆ ਉਹ ਸ਼ਹੀਦ ਹੋ ਚੁੱਕੇ ਆ ਹੁਣ ਤੱਕ। ਉੱਥੇ ਵੀ ਡਾਟਾ ਨਹੀਂ ਉਹਨਾਂ ਕੋਲੇ ਵੀ ਪੂਰਾ, ਉਹ ਵੀ 70-80 ਤੇ ਹੀ ਖੜੇ ਸੀਗੇ। ਅਤੇ ਪਰਸੋਂ ਚੌਥ ਬਿਆਨ ਆਇਆ ਸੀਗਾ ਰਾਜੇਵਾਲ ਜੀ ਦਾ, ਉਹਨਾਂ ਨੇ 125 ਤੱਕ ਹੁਣ ਕਿਹਾ ਸੀਗਾ, 125। ਪਰ ਉਸ ਦਿਨ ਵੀ 145 ਹੋ ਚੁੱਕੇ ਸੀ ਜਿਸ ਦਿਨ ਉਹਨਾਂ ਨੇ 125 ਕਿਹਾ ਸੀਗਾ। ਅਤੇ ਇਸ ਕਰਕੇ ਅਸੀਂ ਜਿਹੜੀਆਂ ਤੁਹਾਡੇ ਮੀਡੀਆ ਨੇ ਰਿਪੋਰਟਾਂ ਦਿੱਤੀਆਂ ਨੇ ਅਤੇ ਉਹਨਾਂ ਦੇ ਬੇਸ 'ਤੇ ਇਹ ਸਾਰਾ ਅੰਕੜੇ ਤਿਆਰ ਕੀਤੇ ਆ। ਅਸੀਂ ਐਂ ਸੀਗਾ ਬਾਈ ਜੀ ਵੀ ਉਹ ਸੜਕਾਂ 'ਤੇ ਬੈਠੇ ਸੀ, ਅਸੀਂ ਘਰਾਂ 'ਚ ਬੈਠੇ ਹਾਂ ਅਤੇ ਅਸੀਂ ਕਿਹਾ ਵੀ ਚਲੋ ਜੇ ਉੱਥੇ ਲੜ ਰਹੇ ਆ ਤਾਂ ਅਸੀਂ ਘਰੋਂ ਕੁਛ ਨਾ ਕੁਛ ਡਾਟਾ ਤਾਂ ਇਕੱਠਾ ਕਰ ਲਈਏ। ਅਤੇ ਉਹ ਡਾਟਾ ਡੇਲੀ ਹਰ ਰੋਜ਼ ਸਵੇਰੇ ਸ਼ਾਮ ਇਹ ਡਾਟਾ ਅਪਡੇਟ ਹੁੰਦਾ ਰਿਹਾ। ਜਾਂ ਕੋਈ ਸੱਜਣ ਜਿਹੜੇ ਦੱਸ ਦਿੰਦੇ ਸੀ ਫੋਨ 'ਤੇ ਕਿ ਹਾਂਜੀ ਸਾਡੇ ਭਰਾ ਦੀ ਜਾਂ ਸਾਡੇ ਚਾਚੇ ਦੀ ਡੈਥ ਹੋਈ ਆ, ਉਹ ਇਹਦੇ 'ਚ ਐਡ ਹੋ ਜਾਂਦਾ ਸੀਗਾ। ਰਿਪੋਰਟਡ ਘਟਨਾਵਾਂ ਨੇ, ਮਤਲਬ ਕੋਈ ਵੀ ਉੱਪਰੋਂ ਥੱਲਿਓਂ ਕਿਤੋਂ ਲੈ ਕੇ ਨਹੀਂ ਕੀਤਾ, ਅਤੇ ਰਿਪੋਰਟਡ ਨੇ ਸਾਰੀ ਮੀਡੀਆ ਦੇ ਵਿੱਚ। ਜੀ ਤੁਸੀਂ ਕਦੋਂ ਤੋਂ ਮਤਲਬ ਕੰਪਾਈਲ ਕਰ ਰਹੇ ਹੋ ਇਹ ਡਾਟਾ? ਇਸ ਨੂੰ ਆਲਮੋਸਟ ਜੇ ਮੈਂ ਕਹਿੰਦਾ ਕਿ ਮਹੀਨੇ ਤੋਂ ਉੱਪਰ ਹੋ ਗਿਆ ਜੀ, 1.5 ਮਹੀਨਾ ਹੋ ਗਿਆ ਆਲਮੋਸਟ ਇਹਨੂੰ ਕੰਪਾਈਲ ਕਰਦਿਆਂ। ਅਤੇ ਆਖਰ ਨੂੰ ਹੁਣ ਫਿਰ ਜਦੋਂ ਮੈਂ ਇਹ ਸੋਚਿਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡਾ ਜਿਹੜੀ ਰਾਹਤ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਹੈ, ਅਤੇ ਅਸੀਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖੀ ਆ ਕਿ ਦੇਖੋ ਪੰਜਾਬ ਨੇ ਤਾਂ ਫਿਰ ਵੀ ਇੱਕ ਜੈਸਚਰ ਦਿਖਾਉਂਦੇ ਹੋਏ ਇਹ ਕਿਸਾਨਾਂ ਲਈ ਨੌਕਰੀ ਅਤੇ 5 ਲੱਖ ਦਾ ਐਕਸਗ੍ਰੇਸ਼ੀਆ ਜਿਹੜੀ ਦਿੱਤੀ ਹੈ, ਉਹ ਇੱਕ ਜੈਸਚਰ ਹੈ। ਅਸਲ ਤਾਂ ਕਾਰਨ ਤਾਂ ਕੇਂਦਰ ਹੈ ਜਿਸ ਨੇ ਇਹ ਕਾਨੂੰਨ ਪਾਸ ਕੀਤੇ ਅਤੇ ਕਿਸਾਨਾਂ ਨੂੰ ਸੜਕ 'ਤੇ ਆਉਣਾ ਪਿਆ। ਅਤੇ ਜਿੰਨੀਆਂ ਇਹ ਸ਼ਹੀਦੀਆਂ ਹੋਈਆਂ ਨੇ, ਅਸੀਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖੀ ਆ ਕਿ 25 ਲੱਖ ਰੁਪਇਆ ਪਰ ਕਿਸਾਨ ਜਿਹੜਾ ਹੈਗਾ ਉਹ ਐਕਸਗ੍ਰੇਸ਼ੀਆ ਦੇਣ ਅਤੇ ਬਾਕੀ ਹੋਰ ਲਾਭ ਜਿਹੜੇ ਕਿਸਾਨਾਂ ਨੂੰ ਦੇਣ। ਅਤੇ ਨਾਲ ਹੀ ਅਸੀਂ ਮੰਗ ਕੀਤੀ ਹੈ ਮੁੱਖ ਮੰਤਰੀ ਹਰਿਆਣਾ ਤੋਂ, ਮੁੱਖ ਮੰਤਰੀ ਉੱਤਰ ਪ੍ਰਦੇਸ਼ ਤੋਂ ਅਤੇ ਮੁੱਖ ਮੰਤਰੀ ਮੱਧ ਪ੍ਰਦੇਸ਼ ਤੋਂ ਕਿ ਉਹਨਾਂ ਦੇ ਜਿਹੜੇ ਪ੍ਰਦੇਸ਼ਾਂ ਦੇ ਕਿਸਾਨ ਜਿਹੜੇ ਸ਼ਹੀਦ ਹੋਏ ਆ ਉਹ ਵੀ
ਪੰਜਾਬ ਸਰਕਾਰ ਨੂੰ ਦੇਖਦੇ ਹਾਂ ਉਸੇ ਤਰ੍ਹਾਂ ਜਿਹੜੀ ਹੈਗੀ ਆ ਉਹ ਜਿਹੜੇ ਐਕਸਗ੍ਰੇਸ਼ੀਆ ਤੇ ਪਲੱਸ ਨੌਕਰੀ ਦਾ ਜਿਹੜਾ ਹੈਗਾ ਉਹ ਅਨਾਉਂਸ ਕਰਨ ਉਹ। ਇਸ ਦਾ ਮਤਲਬ ਆਪਾਂ ਇਹ ਮੰਨੀਏ ਵੀ ਜਿਹੜੇ ਤੁਸੀਂ 162 ਕਹਿ ਰਹੇ ਹੋ ਇਸ 'ਚ ਹੋਰ ਸਟੇਟਾਂ ਦੇ ਵੀ ਕਿਸਾਨ ਸ਼ਾਮਿਲ ਆ, ਉਹ ਜਰਾ ਦੱਸੋ ਕਿਹੜੇ ਕਿਹੜੇ। ਮੈਂ ਉਹੀ ਇਹਨੂੰ ਸਾਰੇ ਡਾਟੇ ਨੂੰ ਮੈਂ ਜੀ ਇੱਕ ਤਾਂ ਪੰਜਾਬ ਦੇ ਹਰ ਜ਼ਿਲ੍ਹੇ 'ਚ ਵੀ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਕਿਸਾਨ ਕਿੰਨੇ ਹੋਏ ਆ ਉਹ ਡਾਟਾ ਇਹਨੂੰ ਸਾਰਾ ਡਗ ਆਊਟ ਕੀਤਾ। ਸਭ ਤੋਂ ਵੱਧ ਕਿਸਾਨ ਸੰਗਰੂਰ ਜ਼ਿਲ੍ਹੇ ਦੇ 22 ਕਿਸਾਨ ਹੋਏ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ 149 ਕਿਸਾਨ ਨੇ, ਹਰਿਆਣਾ ਦੇ 9 ਕਿਸਾਨ ਨੇ ਔਰ ਉੱਤਰ ਪ੍ਰਦੇਸ਼ ਦੇ 3 ਨੇ ਤੇ ਮੱਧ ਪ੍ਰਦੇਸ਼ ਦਾ 1 ਕਿਸਾਨ ਹੈ। ਔਰ ਤੁਹਾਨੂੰ ਮੈਂ ਇਹਦੇ 'ਚ ਵੱਡੀ ਗੱਲ ਇੱਕ ਹੋਰ ਐਡ ਕਰਦਾ ਕਿ ਮੱਧ ਪ੍ਰਦੇਸ਼ ਦੇ ਜਿਹੜੇ ਸਿੱਧੂ ਸਾਹਿਬ ਸ਼ਹੀਦ ਹੋਏ ਆ ਉਹ ਖੇਤੀਬਾੜੀ ਮੰਤਰੀ ਤੋਮਰ ਦੇ ਹਲਕੇ 'ਚੋਂ ਨੇ। ਅੱਛਾ ਜੀ। ਤੋਮਰ ਦੇ ਉਹ ਇਲੈਕਸ਼ਨ ਦੇ ਪ੍ਰਚਾਰ 'ਚ ਜ਼ਿੰਮੇਵਾਰੀ ਨਿਭਾਉਂਦੇ ਰਹੇ ਆ। ਉਹ ਬੀਜੇਪੀ ਦੇ ਬਲਾਕ ਦੇ ਅਹੁਦੇਦਾਰ ਵੀ ਸੀਗੇ, ਬੀਜੇਪੀ ਦੇ ਬਲਾਕ ਦੇ ਅਹੁਦੇਦਾਰ ਸੀਗੇ ਔਰ ਤੋਮਰ ਸਾਹਿਬ ਨਾਲ ਉਹਨਾਂ ਦੀਆਂ ਫੋਟੋਆਂ ਨੇ ਆਨਰ ਕਰਦਿਆਂ, ਤੋਮਰ ਸਾਹਿਬ ਨੂੰ ਆਨਰ ਕਰਦਿਆਂ ਦੀਆਂ। ਉਹਨਾਂ ਨੇ ਉੱਥੇ ਆ ਕੇ ਦਿੱਲੀ ਬਾਰਡਰ ਤੇ ਆ ਕੇ ਸ਼ਹੀਦੀ ਪ੍ਰਾਪਤ ਕੀਤੀ ਆ ਉਹਨਾਂ ਨੇ। ਔਰ ਅਫਸੋਸ ਦੀ ਗੱਲ ਇਹ ਆ ਕਿ ਜੇ ਇੱਕ ਮੰਤਰੀ ਲਈ ਬੰਦਾ ਆਪਣੇ ਐਮਐਲਏ ਲਈ, ਆਪਣੇ ਐਮਪੀ ਲਈ ਉਹ ਪ੍ਰਚਾਰ ਕਰਦਾ ਹੈ, ਉਸ ਪਾਰਟੀ ਦਾ ਉਹ ਝੰਡਾ ਉਠਾਉਂਦਾ ਹੈ ਤੇ ਉਸ ਪਾਰਟੀ ਵੱਲੋਂ ਉਹ ਉਲਟ ਜਾ ਕੇ ਉਹ ਕਾਨੂੰਨਾਂ ਦੀ ਵਿਰੋਧਤਾ ਕਰਦਾ ਹੈ, ਪਰ ਖੇਤੀਬਾੜੀ ਮੰਤਰੀ ਜੀ ਨੇ ਇੱਕ ਲਫ਼ਜ਼ ਵੀ ਆਪਣੇ ਉਸ ਹਲਕੇ ਦੇ ਵੋਟਰ, ਉਸ ਪਾਰਟੀ ਦੇ ਇੱਕ ਅਹੁਦੇਦਾਰ ਲਈ ਕੋਈ ਇੱਕ ਲਫ਼ਜ਼ ਨਹੀਂ ਬੋਲਿਆ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਉਹ ਇਹਨਾਂ ਨੂੰ ਜ਼ਰੂਰ ਉਹ ਦੇਣ ਔਰ ਸਾਡੀ ਇਹ ਉਹਨਾਂ ਨੂੰ ਲਿਸਟ ਵੀ ਭੇਜ ਰਹੇ ਹਾਂ ਅਸੀਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ, ਲਿਸਟ ਸਮੇਤ ਇਹ ਚਿੱਠੀ ਉਹ ਕੀਤੀ ਆ। ਔਰ ਨਾਲ ਦੀ ਨਾਲ ਅਸੀਂ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ, ਮੁੱਖ ਮੰਤਰੀ ਜੀ ਕੇਜਰੀਵਾਲ ਜੀ, ਉਹਨਾਂ ਨੂੰ ਇਹ ਅਪੀਲ ਕੀਤੀ ਆ ਕਿ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਆ, ਉਹਨਾਂ ਦੇ ਮਹਿਮਾਨ ਨੇ ਅੱਜ, ਤੇ ਉਹਨਾਂ ਨੂੰ ਉਹ ਹਰ ਬੁਨਿਆਦੀ ਸਹੂਲਤ ਦੇਣ। ਬੇਸ਼ੱਕ ਉਹਨਾਂ ਨੇ ਉੱਥੇ ਕੁਛ ਲੰਗਰ ਜਾਂ ਕੁਛ ਵਾਈਫਾਈ ਜਾਂ ਇੱਦਾਂ ਦੀਆਂ ਟਾਇਲਟਸ ਕੀਤੀਆਂ ਨੇ, ਪਰ ਫਿਰ ਵੀ ਉਹ ਜਿੰਨੇ ਕਿਸਾਨ ਨੇ ਉਨੀ ਮਾਤਰਾ 'ਚ ਉਨੀ ਫੈਸਿਲਿਟੀ ਨਹੀਂ, ਉਹ ਹੋਰ ਫੈਸਿਲਿਟੀ ਦੇਣ ਤੇ ਇਹਨਾਂ ਕਿਸਾਨਾਂ ਲਈ ਹਰ ਮੰਗ ਦੇ ਆਧਾਰ 'ਤੇ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਪ੍ਰੋਵਾਈਡ ਕਰਨ। ਗਰੇਵਾਲ ਜੀ, ਜਦੋਂ ਆਪਾਂ ਇਹਨਾਂ ਨੂੰ ਧਰਮ ਦੇ ਆਧਾਰ ਤੇ ਇਹਨਾਂ ਨੂੰ ਵੰਡੀਏ ਤਾਂ ਤੁਸੀਂ ਕੋਈ ਇਦਾਂ ਦਾ ਵੀ ਡਾਟਾ ਤਿਆਰ ਕੀਤਾ ਵੀ ਅਸੀਂ ਇਹਨਾਂ ਨੂੰ ਧਰਮ ਦੇ ਆਧਾਰ ਤੇ ਵੀ ਵੰਡ ਸਕਦੇ ਹਾਂ? ਹਾਂ ਦਿਨੇਸ਼ ਜੀ, ਸੱਚੀ ਉਹ ਮੈਂ ਨਹੀਂ ਸੀ ਚਾਹੁੰਦਾ, ਪਰ ਮੈਨੂੰ ਜਦੋਂ ਇਹ ਉਹ ਕਰਨਾ ਪਿਆ, ਜਦੋਂ ਨਾ ਇਸ ਦੇ ਉੱਪਰ ਇੱਕ ਬਲੇਮ ਲੱਗਿਆ ਇਸ ਸੰਘਰਸ਼ ਦੇ ਉੱਪਰ ਕਿ ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਟੁਕੜੇ ਟੁਕੜੇ ਗਏਗਾ, ਇਹ ਫਲਾਣਾ ਹੈਗਾ, ਇੱਦਾਂ ਹੈਗਾ, ਤੇ ਔਰ ਇਹ ਕਹਿੰਦੇ ਰਹੇ ਇਕੱਲੇ ਪੰਜਾਬੀਆਂ ਦਾ। ਫਿਰ ਉਸ ਤੋਂ ਬਾਅਦ ਜਦੋਂ ਹਰਿਆਣੇ ਵਾਲੇ ਉੱਠੇ ਫਿਰ ਕਹਿੰਦੇ ਇਕੱਲੇ ਹਰਿਆਣੇ ਦਾ। ਆਮ ਕਰਕੇ ਸਿੱਖਾਂ ਦਾ ਸੰਘਰਸ਼ ਇਸ ਨੂੰ ਗਿਣਿਆ ਜਾਂਦਾ ਰਿਹਾ, ਪਰ ਫਿਰ ਅਸੀਂ ਇਸ ਸਾਰੇ ਜਿੰਨੀਆਂ ਸ਼ਹੀਦੀਆਂ ਨੇ ਉਹਦੇ ਵਿੱਚੋਂ ਇੱਕ ਬਾਈਫਰਕੇਟ ਕੀਤੀ ਆ। ਮੈਂ ਅੱਜ ਤੁਹਾਨੂੰ ਮਤਲਬ ਅੱਜ ਦੀ ਪ੍ਰੈਸ ਕਾਨਫਰੰਸ ਬੜੇ ਦੁੱਖ ਦੇ ਮਨ ਨਾਲ ਕਰਨੀ ਪਈ। ਉਸੇ ਦੁੱਖ ਦੇ ਮਨ 'ਚੋਂ ਮੈਂ ਨਹੀਂ ਸੀ ਚਾਹੁੰਦਾ ਇਸ ਸੰਘਰਸ਼ ਨੂੰ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ 'ਚ ਵੀ ਅੱਗੇ ਵੰਡਾਂ, ਪਰ ਮੈਨੂੰ ਉਹਦੇ ਲਈ ਇਹ ਸਾਰੇ ਡਾਟੇ ਕੱਢਣੇ ਪਏ ਆ। ਔਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਸੰਘਰਸ਼ ਦੇ ਵਿੱਚ 138 ਸਿੱਖ ਨੇ ਜਿਹੜੇ ਉਹ ਸ਼ਹੀਦ ਹੋਏ ਆ, ਕਿਸਾਨ ਫਾਰਮਰ ਨੇ ਜਿਹੜੇ। 21 ਹਿੰਦੂ ਵੀਰ ਜਿਹੜੇ ਕਿਸਾਨ ਸੀਗੇ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ 3 ਮੁਸਲਮਾਨ ਵੀਰ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣੀਆਂ ਸ਼ਹੀਦੀਆਂ ਦਿੱਤੀਆਂ। ਫਿਰ ਤੁਸੀਂ ਕਿਸ ਤਰ੍ਹਾਂ ਇਹਨੂੰ ਕਹਿ ਦੋਗੇ ਇਹ ਦੇਸ਼ ਵਿਰੋਧੀ ਹੈ, ਇਹ ਇੱਕ ਫਿਰਕੇ ਦਾ, ਇਹ ਟੁਕੜੇ ਟੁਕੜੇ ਵਾਲਾ ਹੈਗਾ। ਇਸ ਕਰਕੇ ਮਤਲਬ ਇਹਦੇ 'ਚ ਦੇਸ਼ ਦਾ ਸਮੂਹ ਵਰਗ, ਵਿਦੇਸ਼ਾਂ ਦੀ ਸੰਗਤ, ਮੈਂ ਕਹਿੰਦਾ ਜੀ ਇੱਕ ਚਪੜਾਸੀ ਤੋਂ ਲੈ ਕੇ IAS ਅਫਸਰ ਤੱਕ, ਇੱਕ ਆਮ ਦੁਕਾਨਦਾਰ ਤੋਂ ਲੈ ਕੇ ਤੇ ਇੰਡਸਟਰੀਅਲਿਸਟ ਤੱਕ, ਉਹਨਾਂ ਦੀ ਇਹਨਾਂ ਨੂੰ ਸਪੋਰਟ ਹੈਗੀ ਆ। ਤੇ ਇਸ ਕਰਕੇ ਮੈਂ ਇਹ ਬੇਨਤੀ ਕਰੂੰਗਾ ਤੋਮਰ ਸਾਹਿਬ ਨੂੰ, ਉਹਦੇ 'ਚ ਚਿੱਠੀ 'ਚ ਵੀ ਅਸੀਂ ਮੰਗ ਕੀਤੀ ਆ ਕਿ ਕਿਸਾਨਾਂ ਦੀ ਮੰਗ ਮੰਨ ਕੇ ਤਿੰਨੋਂ ਬਿੱਲ ਰੀਪੀਲ ਕਰਕੇ ਕਿਸਾਨਾਂ ਨੂੰ ਸੜਕਾਂ ਤੋਂ ਉਠਾਓ, ਉਹ ਆਪਣੇ ਖੇਤਾਂ 'ਚ ਜਾਣ, ਦੇਸ਼ ਦੇ ਅੰਨ ਭੰਡਾਰ ਭਰਨ ਲਈ ਜਿਹੜਾ ਉਹਨਾਂ ਨੇ ਯੋਗਦਾਨ ਪਾਉਣਾ ਉਹ ਪਾਉਣ। ਸਾਡਾ ਖੇਤੀ ਦਾ ਉਤਪਾਦਨ ਨਾ ਘਟੇ। ਅਸੀਂ ਜਿਹੜਾ GDP 'ਚ ਜਿੰਨਾ ਕਿਸਾਨ ਹਿੱਸਾ ਪਾਉਂਦੇ ਆ, ਜੇ ਉਹ ਖੇਤਾਂ 'ਚ ਜਾਣਗੇ ਤਾਂ ਹੀ ਇਹ ਹਿੱਸਾ ਪਊਗਾ। ਤੇ ਉਹਨਾਂ ਨੇ ਕਰੋਨਾ ਦੇ ਦੌਰਾਨ ਵੀ ਬਹੁਤ ਵੱਡਾ GDP ਨੂੰ ਹੁਲਾਰਾ ਦਿੱਤਾ, ਤੇ ਅੱਜ ਵੀ ਸਾਡੀ ਖੇਤੀ ਉਤਪਾਦਨ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਸੜਕਾਂ ਤੋਂ ਉਠਾਓ ਤੇ ਖੇਤਾਂ 'ਚ ਭੇਜੋ। ਉਹਨਾਂ ਦੀਆਂ ਤਿੰਨੋਂ ਕਾਨੂੰਨ ਰੱਦ ਕਰੋ ਤੇ ਉਹਨਾਂ ਨੂੰ ਖੁਸ਼ੀ ਦੋਨੇ ਜੱਫੀਆਂ ਪਾ ਕੇ ਧਿਰਾਂ ਤੇ ਉਹਨਾਂ ਨੂੰ ਘਰਾਂ 'ਚ ਤੋਰਨ। ਗਰੇਵਾਲ ਜੀ, ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਕਿਹਾ ਵੀ ਧਰਮ ਦੇ ਆਧਾਰ ਤੇ ਵੀ ਤੁਸੀਂ ਇਹਨਾਂ ਨੂੰ ਡਿਵਾਈਡ ਕੀਤਾ, ਤੇ ਤੁਸੀਂ ਕੋਈ ਇਸ ਤਰ੍ਹਾਂ ਦਾ ਵੀ ਡਾਟਾ ਕੰਪਾਈਲ ਕੀਤਾ ਵੀ ਕਿਸਾਨ ਦੀ, ਜਿੱਦਾਂ ਕਈਆਂ ਕਿਸਾਨਾਂ ਦੀ ਹਾਰਟ ਅਟੈਕ ਨਾਲ ਮੌਤ ਹੋਈ ਆ, ਕਈਆਂ ਦੀ ਐਕਸੀਡੈਂਟ 'ਚ ਨਾਲ ਡੈਥ ਹੋਈ ਆ, ਅਲੱਗ-ਅਲੱਗ ਤਰੀਕੇ ਨਾਲ ਡੈਥ ਹੋਈ ਆ, ਉਹ ਵੀ ਕੋਈ ਡਾਟਾ ਤੁਸੀਂ ਕੰਪਾਈਲ ਕੀਤਾ ਵੀ ਕਿਸ ਤਰ੍ਹਾਂ ਦੀ ਜਿਹੜੀ ਡੈਥ ਹੋਈ ਆ ਰਹੀ ਆ? ਹਾਂ, ਉਹ ਵੀ ਹੈ। ਕੁਝ ਕਿਸਾਨ ਜਿਹੜੇ ਐਕਸੀਡੈਂਟਾਂ 'ਚ ਹੋਏ ਆ, ਕੁਝ ਜਿਹੜੀਆਂ ਆਤਮ ਹੱਤਿਆਵਾਂ ਹੋਈਆਂ ਨੇ, ਸੁਸਾਈਡ ਹੋਈ ਆ। ਇਸ ਸੰਘਰਸ਼ ਦੀ ਜਿਹੜੀ ਸਭ ਤੋਂ ਪਹਿਲੀ ਜਿਹੜੀ ਸ਼ਹੀਦੀ ਸੀ ਉਹ ਖੁਦਕੁਸ਼ੀ ਨਾਲ ਹੀ ਸ਼ੁਰੂ ਹੋਈ ਸੀ।
ਤੇ ਪਹਿਲੇ ਜਿਹੜੇ ਸਾਡੇ ਕਿਸਾਨ ਸੀਗੇ ਉਹ ਜਦੋਂ ਧਰਨਾ ਲੱਗਿਆ ਹੋਇਆ ਸੀਗਾ ਤੇ ਉਹਦੇ 'ਚ ਉਹਨਾਂ ਨੇ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਆ, ਉਹਨਾਂ ਦਾ ਨਾਂ ਸੀਗਾ ਪ੍ਰੀਤਮ ਸਿੰਘ ਅੱਕਾਂ ਵਾਲੀ ਤੋਂ ਸੀਗੇ। ਉਹ ਇਸ ਅਸੀਂ ਸੰਘਰਸ਼ ਦੇ ਪਹਿਲੇ ਸ਼ਹੀਦ ਉਹਨਾਂ ਨੂੰ ਗਿਣਦੇ ਹਾਂ। ਤੇ ਜਦੋਂ 13 ਦਿਨ ਰਿਹਾ, ਉਸ ਤੋਂ ਬਾਅਦ ਜਦੋਂ ਇਹ ਅੱਜ ਤੋਂ 60 ਦਿਨ ਪਹਿਲਾਂ ਦਿੱਲੀ ਦੇ ਬਾਰਡਰਾਂ ਤੇ ਸ਼ੁਰੂ ਹੋਇਆ ਤੇ ਉਸ ਦਿਨ ਜਿਹੜਾ ਪਹਿਲੇ ਜਿਹੜੀ ਸ਼ਹੀਦੀ ਹੋਈ ਆ ਇਸ ਦੀ, ਉਹ ਕਿਉਂਕਿ ਉਹ 24 ਤਰੀਕ ਨੂੰ ਅਸਲ 25 ਨੂੰ ਅਸੀਂ ਪਹੁੰਚਣਾ ਸੀ ਦਿੱਲੀ ਤੇ 24 ਨੂੰ ਇੱਥੋਂ ਟਰਾਲੀਆਂ ਸ਼ੁਰੂ ਹੋ ਗਈਆਂ ਸੀ ਕਿਉਂਕਿ 7-8 ਘੰਟਿਆਂ ਦਾ ਸਫ਼ਰ ਦਿੱਲੀ ਦਾ ਹੀ ਹੈਗਾ। ਜਦੋਂ ਉਹ 24 ਨੂੰ ਇੱਥੋਂ ਤੁਰੇ ਕਿਸਾਨ ਤਾਂ ਰਾਹ 'ਚ ਉਹ ਜਦੋਂ ਟਰਾਲੀਆਂ 'ਚ ਜਾ ਰਹੇ ਸੀ ਤਾਂ ਕਾਨ ਸਿੰਘ ਨੇ ਪਿੰਡ ਧਨੇਰ ਦੇ ਬਰਨਾਲਾ ਜ਼ਿਲ੍ਹੇ ਦੇ, ਉਹ ਪਹਿਲੇ ਸ਼ਹੀਦ ਦਿੱਲੀ ਮੋਰਚੇ ਦੇ ਅਸੀਂ ਉਹਨਾਂ ਨੂੰ ਗਿਣਦੇ ਹਾਂ। ਤੇ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਖੁਦਕੁਸ਼ੀਆਂ ਜਿਹੜੀਆਂ ਉਹਦੇ 'ਚ ਬਾਬਾ ਰਾਮ ਸਿੰਘ ਸਿੰਗੜੇ ਵਾਲੇ ਵੀ ਜਿਹੜੇ ਹੈਗੇ ਆ ਉਹ ਵੀ ਵਿੱਚ ਸ਼ਾਮਲ ਨੇ। ਤੇ ਬੜੇ ਦੁੱਖ ਦੀ ਗੱਲ ਹੈ ਕਿ ਇਹ ਅੰਦੋਲਨ ਇੰਨੀਆਂ ਸ਼ਹਾਦਤਾਂ ਤੇ ਇੰਨੀਆਂ ਖੁਦਕੁਸ਼ੀਆਂ ਨਾਲ ਇਤਿਹਾਸ ਦੇ ਵਿੱਚ ਇਸ ਦਾ ਨਾਂ ਲਿਖਿਆ ਜਾਊਗਾ। ਗਰੇਵਾਲ ਸਾਹਿਬ, ਇੱਕ ਮੇਰਾ ਲਾਸਟ ਕੁਐਸਚਨ ਹੈ, ਜਿੱਦਾਂ ਤੁਸੀਂ ਕਿਹਾ ਵੀ ਹੋਰਾਂ ਤੁਸੀਂ ਸੀਐਮ ਨੂੰ ਲੈਟਰ ਵੀ ਲਿਖ ਰਹੇ ਹੋ ਤੇ ਤੁਸੀਂ ਕੇਂਦਰੀ ਕ੍ਰਿਸ਼ੀ ਮੰਤਰੀ ਹੈ ਉਹਨੂੰ ਵੀ ਤੁਸੀਂ ਲੈਟਰ ਲਿਖ ਰਹੇ ਹੋ ਕਿ ਉਹ ਇਹਨਾਂ ਨੂੰ ਮਾਲੀ ਸਹਾਇਤਾ ਦੇਣ। ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੀ ਘੋਸ਼ਣਾ ਕੀਤੀ ਆ ਉਸ ਵਿੱਚ ਉਹਨਾਂ ਨੇ ਕਿਹਾ ਵੀ 78 ਕਿਸਾਨ ਸੀਗੇ, ਔਰ ਜਦ ਕਿ ਤੁਹਾਡੀ ਜਿਹੜੀ ਕੰਪਾਈਲ ਰਿਪੋਰਟ ਆ ਉਹ 78 ਤੋਂ ਕਿਤੇ ਉੱਪਰ ਚਲੀ ਗਈ ਆ, ਉਹ 150 ਦੇ ਆਸ-ਪਾਸ ਪਹੁੰਚ ਗਈ ਆ। ਤੇ ਕੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਇਸ ਚੀਜ਼ ਤੋਂ ਆਗਾਹ ਕਰੋਗੇ, ਇਸ ਚੀਜ਼ ਦੀ ਡਿਟੇਲ ਉਹਨਾਂ ਨੂੰ ਦਿਓਗੇ ਤਾਂ ਕਿ ਜਿਹੜੀ ਉਹਨਾਂ ਦੀ ਕੰਪਾਈਲ ਰਿਪੋਰਟ ਹੈ 78 ਵਾਲੀ ਉਹਨੂੰ ਉਹ ਚੇਂਜ ਕਰਕੇ ਉਹ 150 ਜਿਹੜੇ ਕਿਸਾਨ ਪਰਿਵਾਰ ਹੈ ਜਾਂ ਜਿਨ੍ਹਾਂ ਦੇ ਘਰ 'ਚ ਡੈਥ ਹੋਈ ਆ ਉਹਨਾਂ ਨੂੰ ਮਾਲੀ ਹਾਲਤ ਜਿਹੜੀ ਸਹਾਇਤਾ ਪਹੁੰਚ ਸਕੇ ਤੇ ਉਹਨਾਂ ਦੇ ਇੱਕ ਪਰਿਵਾਰਿਕ ਸਦੱਸਿਆਂ ਨੂੰ ਨੌਕਰੀ ਮਿਲ ਸਕੇ? ਦੇਖੋ, ਮੁੱਖ ਮੰਤਰੀ ਤਾਂ ਜਿਹੜੀ ਦਰਿਆਦਿਲੀ ਹੈ ਇਸ ਤੋਂ ਪਹਿਲਾਂ ਹੀ ਆ, ਹਾਲਾਂਕਿ ਸ਼ਹਾਦਤਾਂ ਨੇ, ਪਰ ਮੈਂ ਉਸ ਨੂੰ ਇਹ ਵੀ ਕਹਿਣਾ ਕਿ ਉਹ ਬੜੀ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਬਿਨਾਂ ਕਿਸੇ ਤੋਂ ਮੰਗ ਕੀਤਿਆਂ ਇਹ ਜਿਹੜੀ ਆਪ ਅਨਾਉਂਸਮੈਂਟ ਕੀਤੀ ਹੈ। ਔਰ ਦੂਜੀ ਗੱਲ 25-30 ਤੋਂ ਉੱਪਰ ਕਿਸਾਨਾਂ ਨੂੰ ਉਹਨਾਂ ਨੇ ਘਰਾਂ 'ਚ ਜਾ ਕੇ ਚੈੱਕ ਵੰਡਵਾ ਦਿੱਤੇ ਹੋਏ ਆ। ਔਰ ਇਹ ਜਿਹੜੀ ਲਿਸਟ ਹੈ ਇਹ ਅਸੀਂ ਕਿਸਾਨ ਯੂਨੀਅਨਾਂ ਨੂੰ ਦੇ ਰਹੇ ਹਾਂ। ਇਹ ਜਿਹੜੀ ਲਿਸਟ ਹੋਈ ਆ ਹੁਣ ਤੱਕ ਦੀ, ਉਹ ਕਿਸਾਨ ਯੂਨੀਅਨਾਂ ਹੀ ਮੁੱਖ ਮੰਤਰੀ ਸਾਹਿਬ ਨੂੰ ਦੇਣਗੀਆਂ ਕਿਉਂਕਿ ਮੁੱਖ ਮੰਤਰੀ ਤਾਂ ਆਲਰੇਡੀ ਅਨਾਉਂਸਮੈਂਟ ਕਰ ਚੁੱਕੇ ਹੋਏ ਆ। ਉਹ ਕਿਸਾਨ ਯੂਨੀਅਨਾਂ ਜੇ ਕੋਈ ਇਹਦੇ ਵਿੱਚ ਹੋਰ ਐਡ ਹੁੰਦੀ ਆ ਤਾਂ ਉਹ ਇਹਦੇ ਵਿੱਚ ਐਡ ਕਰਕੇ ਫਿਰ ਆਪ ਉਹ ਮੁੱਖ ਮੰਤਰੀ ਜੀ ਨੂੰ ਭੇਜਣਗੀਆਂ ਕਿਸਾਨ ਯੂਨੀਅਨਾਂ। ਮੈਂ ਤਾਂ ਕੇਂਦਰੀ ਮੰਤਰੀ ਜੀ ਨੂੰ ਭੇਜ ਰਿਹਾ ਇਹ, ਤੇ ਪੰਜਾਬ ਤਾਂ ਜਦੋਂ ਮਰਜ਼ੀ ਮੁੱਖ ਮੰਤਰੀ ਜੀ ਨੇ ਆਪਣੇ ਪੱਧਰ 'ਤੇ ਅਨਾਉਂਸ ਕਰ ਚੁੱਕੇ ਹੋਏ ਆ। ਤੇ ਨਾਲੇ ਕਿਸਾਨ ਯੂਨੀਅਨਾਂ ਕੋਲ ਜਦੋਂ ਇਹ ਲਿਸਟ ਜਾਣੀ ਆ ਤੇ ਉਹ ਨਾਲੇ ਅਪਡੇਟ ਹੋ ਜਾਣਗੇ ਤੇ ਜਿਹੜੀਆਂ ਹੋਰ ਕੋਈ ਅਨਰਿਪੋਰਟਡ ਜਾਂ ਮੇਰੇ ਕੋਲ ਨਹੀਂ ਆਈਆਂ ਹੋਈਆਂ ਉਹ ਆਪਣੇ ਪੱਧਰ 'ਤੇ ਇਸ 'ਚ ਹੋਰ ਐਡ ਕਰਕੇ ਤੇ ਉਹ ਸਟੇਟਾਂ ਨੂੰ ਅੱਗੇ ਭੇਜ ਦੇਣਗੇ। ਚਲੋ, ਥੈਂਕ ਯੂ। ਇਹ ਸੀਗੇ ਹਰਜੀਤ ਸਿੰਘ ਗਰੇਵਾਲ ਜੀ, ਜਿਨ੍ਹਾਂ ਦਾ ਕਹਿਣਾ ਹੈ ਆ ਮੇਰੇ ਹੱਥ 'ਚ ਲਿਸਟ ਹੈਗੀ ਆ, ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੇ ਮਤਲਬ ਡੈਥ ਹੋਈ ਹੈ ਇਸ ਅੰਦੋਲਨ ਦੇ ਦੌਰਾਨ ਉਹਨਾਂ ਦੀ ਸੰਖਿਆ 78 ਜਾਂ 78 ਨਹੀਂ ਆ ਬਲਕਿ 162 ਹੈ। ਔਰ ਇਹਨਾਂ ਨੇ ਇਹ ਪਿਛਲੇ ਲਗਭਗ 1.5 ਮਹੀਨੇ 'ਚ ਜਿਹੜਾ ਇਹ ਡਾਟਾ ਜਿਹੜਾ ਕੰਪਾਈਲ ਕੀਤਾ। ਔਰ ਇਸ 'ਚ ਸਿਰਫ ਇਹ ਨਹੀਂ ਹੈ ਕਿ ਇਹ ਸਿਰਫ ਪੰਜਾਬ ਦੇ ਕਿਸਾਨ ਹੈ, ਇਸ 'ਚ ਹਰਿਆਣਾ, ਰਾਜਸਥਾਨ, ਹੋਰ ਯੂਪੀ ਜਾਂ ਮੱਧ ਪ੍ਰਦੇਸ਼, ਅਦਰ ਸਟੇਟਾਂ ਦੇ ਵੀ ਕਿਸਾਨ ਇਸ 'ਚ ਸ਼ਾਮਿਲ ਹੈ। ਦੂਜੀ ਗੱਲ ਇਹਨਾਂ ਨੇ ਕਹੀ ਹੈ ਇਸ 'ਚ ਸਿਰਫ ਸਿੱਖ ਕਿਸਾਨ ਨਹੀਂ ਹੈ ਬਲਕਿ ਇਸ 'ਚ ਹਿੰਦੂ ਵੀ ਆ ਔਰ ਮੁਸਲਮਾਨ ਵੀ ਆ। ਔਰ ਉਹਨਾਂ ਨੇ ਕਿਹਾ ਵੀ ਕੇਂਦਰੀ ਜਿਹੜੇ ਮੰਤਰੀ ਹੈ, ਕ੍ਰਿਸ਼ੀ ਮੰਤਰੀ ਹੈ ਜਾਂ ਕੇਂਦਰ ਸਰਕਾਰ ਹੈ, ਉਹਨਾਂ ਨੂੰ ਵੀ ਇਸ ਜਿਹੜੇ ਕਿਸਾਨਾਂ ਦੀ ਡੈਥ ਹੋਈ ਹੈ ਇਸ ਅੰਦੋਲਨ ਦੇ ਦੌਰਾਨ ਉਹਨਾਂ ਦੀ ਮਾਲੀ ਸਹਾਇਤਾ ਕਰਨੀ ਚਾਹੀਦੀ ਆ। ਦੂਜੇ ਪਾਸੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ 78 ਕਿਸਾਨਾਂ ਨੂੰ ਜਿਹੜੇ 5-5 ਲੱਖ ਰੁਪਇਆ ਦੇਣ ਤੇ ਇੱਕ ਪਰਿਵਾਰਿਕ ਸਦੱਸਿਆਂ ਨੂੰ ਨੌਕਰੀ ਦੇਣ ਦੀ ਘੋਸ਼ਣਾ ਕੀਤੀ ਆ, ਉਹਨਾਂ ਦੀ ਲਿਸਟ ਜਿਹੜੀ ਆ ਅਪ ਟੂ ਡੇਟ ਕਰਨ ਲਈ ਇਹ ਜਿਹੜੇ ਕਿਸਾਨ ਲੀਡਰ ਨੇ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਕਹਿਣਗੇ ਤੇ ਉਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਲੈਟਰ ਲਿਖਣਗੇ ਤਾਂ ਕਿ ਜਿਹੜੇ ਬਚ ਗਏ ਕਿਸਾਨ ਆ ਜਾਂ ਜਿਨ੍ਹਾਂ ਦੇ ਪਰਿਵਾਰਾਂ ਦੇ ਮਤਲਬ ਡੈਥ ਹੋਈ ਆ ਉਹਨਾਂ ਨੂੰ ਵੀ ਮਾਲੀ ਸਹਾਇਤਾ ਤੇ ਜਿਹੜੀ ਸਰਕਾਰੀ ਨੌਕਰੀ ਦੀ ਜਿਹੜੀ ਸਹਾਇਤਾ ਹੈ ਉਹ ਮਿਲ ਸਕੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।